ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਜੋ ਇਹ ਸੈਸ਼ਨ ਹੈ ਇਹ ਕਲਾਸ 10ਵੀਂ ਪਾਠ ਪਹਿਲਾ ਭਾਰਤ ਇੱਕ ਜਾਣ ਪਛਾਣ। ਇਸ ਭਾਗ ਦੇ ਵਿੱਚ ਅਸੀਂ ਸਿਰਫ ਇਹਦੇ ਕੁਐਸਚਨ ਆਨਸਰ ਕਰਾਂਗੇ। ਇਹ ਚੈਪਟਰ ਦੀ ਪੂਰੀ ਟਰਾਂਸਲੇਸ਼ਨ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਪਾ ਦਿੱਤੀ ਹੈ। ਉਹ ਮੈਂ ਤੁਹਾਨੂੰ ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਹੋਵੇਗਾ ਮੈਂ ਉਸ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗਾ। ਤੁਸੀਂ ਉਸ ਨੂੰ ਉੱਥੇ ਕਲਿੱਕ ਕਰਕੇ ਉਹਦੀ ਪੂਰੀ ਟਰਾਂਸਲੇਸ਼ਨ ਪੜ੍ਹ ਸਕਦੇ ਹੋ। ਸੈਸ਼ਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਨੰਬਰ ਦੇ ਕੁਐਸਚਨ, ਭਾਰਤ ਦਾ ਨਾਂ ਇੰਡੀਆ ਕਿਸ ਧਾਰਨਾ ਦੇ ਉੱਤੇ ਪਿਆ? ਇਹ ਅਸੀਂ ਚੈਪਟਰ ਦੇ ਵਿੱਚ ਵੀ ਪੜ੍ਹਿਆ ਸੀ ਵੀ ਭਾਰਤ ਦਾ ਆਧੁਨਿਕ ਨਾਮ ਸਿੱਧ ਰਿਵੀ ਦੇ ਨਾਂ ਦੇ ਉੱਤੇ ਪਿਆ ਸੀ। ਭਾਰਤ ਉੱਤੇ ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ? ਧਰਤੀ ਦੇ ਉੱਤੇ ਭਾਰਤ ਦੀ ਕੀ ਸਥਿਤੀ ਆ? ਏਸ਼ੀਆ ਮਹਾਦੀਪ ਦੇ ਵਿੱਚ ਦੱਖਣ ਦੇ ਵਿੱਚ ਇੱਕ ਵਿਸ਼ਾਲ ਦੇਸ਼ ਹੈ ਜਿਸ ਨੂੰ ਭਾਰਤ ਕਿਹਾ ਗਿਆ। ਇਸ ਨੂੰ ਉਪ ਮਹਾਦੀਪ ਵੀ ਕਿਹਾ ਜਾਂਦਾ ਵਾ। ਹਿੰਦ ਮਹਾਸਾਗਰ ਦੇ ਵਿੱਚ ਭਾਰਤ ਦੀ ਕੀ ਸਥਿਤੀ ਹੈ? ਇਹ ਕੀ ਆ? ਹਿੰਦ ਮਹਾਸਾਗਰ ਦੇ ਵਿੱਚ ਭਾਰਤ ਦੀ ਸਥਿਤੀ ਕੇਂਦਰੀ ਹੈ, ਯਾਨੀ ਕਿ ਕੇਂਦਰ ਦੇ ਵਿੱਚ ਸਥਿਤ ਆ, ਉਹ ਸੈਂਟਰ ਦੇ ਪਾਰਟ ਦੇ ਵਿੱਚ ਸਥਿਤ ਹੈ। ਭਾਰਤ ਦੀ ਸਮੁੰਦਰੀ ਸੈਨਾ ਦੇ ਸ਼ਕਤੀਸ਼ਾਲੀ ਹੋਣ ਦੇ ਕੀ ਪ੍ਰਮਾਣ ਮਿਲਦੇ ਹਨ? ਵੀ ਉਹ ਸ਼ਕਤੀਸ਼ਾਲੀ ਆ ਉਹ ਕਿਸ ਤਰ੍ਹਾਂ ਪਤਾ ਲੱਗਦਾ ਵਾ? ਵੀ ਭਾਰਤ ਦੀ ਸਮੁੰਦਰੀ ਸੈਨਾ ਜਿਹੜੀ 20ਵੀਂ ਸਦੀ ਦੇ ਵਿੱਚ ਅਖੀਰਲੇ ਦਹਾਕੇ ਦੇ ਵਿੱਚ ਇੱਕ ਪਾਸੇ ਸ਼੍ਰੀਲੰਕਾ ਵਿੱਚ ਫੈਲੇ ਹੋਏ ਅੱਤਵਾਦ ਨੂੰ ਦਬਾਉਣ ਦਾ ਯਤਨ ਕੀਤਾ ਅਤੇ ਦੂਸਰੇ ਪਾਸੇ ਮਾਲਦੀਪ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਉਣ ਦਾ ਗੌਰਵ ਪ੍ਰਾਪਤ ਕੀਤਾ ਸੀ। ਇਹ 20ਵੀਂ ਸਦੀ ਦੇ ਵਿੱਚ ਦੋ ਮੇਨ ਕੰਮ ਜਿਹੜੇ ਸੀਗੇ ਉਹ ਸਾਡੀ ਇੰਡੀਅਨ ਨੇਵੀ ਯਾਨੀ ਕਿ ਸਮੁੰਦਰੀ ਸੈਨਾ ਨੇ ਇਹ ਕੰਮ ਕੀਤੇ ਸੀ। ਨੈਕਸਟ ਹੈ ਭਾਰਤ ਦਾ ਖੇਤਰਫਲ ਕਿੰਨਾ ਹੈ? ਭਾਰਤ ਦਾ ਖੇਤਰਫਲ ਕਿੰਨਾ? 32,87,263 ਵਰਗ ਕਿਲੋਮੀਟਰ ਹੈ ਤੇ 91ਵੇਂ ਸਥਾਨ ਤੇ ਆਉਂਦਾ ਵਾ। ਜੇਕਰ ਖੇਤਰਫਲ ਦੇ ਅਕੋਰਡਿੰਗ ਦੇਖਿਆ ਜਾਵੇ ਪੂਰੇ ਵਰਲਡ ਦੇ ਵਿੱਚ ਉਹ 7ਵੇਂ ਸਥਾਨ ਤੇ। ਇਹ ਤੁਹਾਨੂੰ ਅੱਗੇ ਜਾ ਕੇ ਕੁਐਸਚਨ ਵੀ ਮਿਲ ਜਾਏਗਾ। ਭਾਰਤ ਦੇ ਉੱਤਰੀ ਦੱਖਣੀ ਅਤੇ ਪੂਰਬ ਪੱਛਮੀ ਸੀਮਾਵਾਂ ਦੀਆਂ ਬਿੰਦਰਾਂ ਵਿਚਕਾਰ ਲੰਬਾਈ ਕਿੰਨੀ ਹੈ? ਉਹਦੀ ਹੈ 3214 ਕਿਲੋਮੀਟਰ ਜਿਹੜੀ ਆ ਉੱਤਰ ਤੋਂ ਦੱਖਣ ਵੱਲ ਆ ਤੇ 2900 ਤੋਂ 33 ਕਿਲੋਮੀਟਰ ਜਿਹੜੀ ਆ ਉਹ ਪੂਰਬ ਤੋਂ ਪੱਛਮ ਵੱਲ ਹੈ। ਭਾਰਤ ਦੀ ਬਲਵਰਤੀ ਅਤੇ ਤਟਵਰਤੀ ਸੀਮਾਵਾਂ ਦੀਆਂ ਕਿੰਨੀਆਂ ਲੰਬਾਈਆਂ ਹਨ? ਬਲਵਰਤੀ ਤੇ ਤਟਵਰਤੀ ਜਿਹੜੀ ਕੀ ਹੋਈਆਂ ਜਿਹੜੀ ਸਮੁੰਦਰ ਕੰਢੇ ਹੁੰਦੀਆਂ ਨੇ। ਬਲਵਰਤੀ ਜਿਹੜੇ ਕਿ ਵਿੱਚ ਜਿਹੜੀਆਂ ਦੂਸਰੀਆਂ ਵੱਡੀਆਂ ਦੇਸ਼ਾਂ ਦੇ ਨਾਲ ਇਹਦੀਆਂ ਰੇਖਾ ਲੱਗਦੀ ਆ ਉਹਦੇ ਬਾਰੇ ਦੱਸਣਾ ਵਾ। ਭਾਰਤ ਦੀ ਬਲਵਰਤੀ ਜਿਹੜੀ ਸੀਮਾ ਦੀ ਲੰਬਾਈ ਕਿੰਨੀ ਆ? 15,200 ਕਿਲੋਮੀਟਰ, ਜਦ ਕਿ ਇਹਦੀ ਤਟਵਰਤੀ ਕਿੰਨੀ ਆ ਲੰਬਾਈ? 6,083 ਕਿਲੋਮੀਟਰ ਹੈ। ਭਾਰਤ ਦੇ ਖੇਤਰਫਲ ਪੱਖੋਂ ਭਾਰਤ ਦਾ ਕਿੰਨਵਾਂ ਸਥਾਨ ਹੈ ਸੰਸਾਰ ਦੇ ਵਿੱਚ? 7ਵਾਂ ਸਥਾਨ ਹੈ। ਪਹਿਲੇ ਨੰਬਰ ਤੇ ਕਿਹੜਾ ਵਾ? ਬ੍ਰਾਜ਼ੀਲ। ਇਹ ਯਾਦ ਰੱਖਣਾ ਵਾ। ਰਸ਼ੀਆ ਵਾ। ਸਾਡੇ ਆਧੁਨਿਕ ਤੇ ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ? ਵੀ ਸਾਡੇ ਜਿਹੜਾ ਭਾਸ਼ਾ ਦੇ ਅਕੋਰਡਿੰਗ ਪੰਜਾਬ ਨੂੰ ਕਦੋਂ ਵੰਡਿਆ ਗਿਆ ਜਾਂ ਅਜੋਕੇ ਪੰਜਾਬ ਦਾ ਕਦੋਂ ਹੋਇਆ ਸੀ? 1 ਨਵੰਬਰ 1966 ਈਸਵੀ ਦੇ ਵਿੱਚ ਜਿਹੜਾ ਹੋਇਆ ਸੀ ਪੰਜਾਬ ਦਾ ਨਾਮ ਰੱਖਿਆ ਗਿਆ ਇਹਨੂੰ। ਉਸ ਸਮੇਂ ਦੋ ਜਿਹੜੇ ਅਲੱਗ ਤੋਂ ਰਾਜ ਵੀ ਇਹ ਪੰਜਾਬ ਦੇ ਵਿੱਚੋਂ ਨਿਕਲੇ ਕਿਹੜੇ ਸੀਗੇ? ਇੱਕ ਹਰਿਆਣਾ, ਇੱਕ ਹਿਮਾਚਲ ਪ੍ਰਦੇਸ਼, ਜਿਹੜਾ ਕਿ ਪਹਿਲਾਂ ਪੰਜਾਬ ਦਾ ਪਾਰਟ ਸੀਗੇ ਪਰ 1966 ਤੋਂ ਬਾਅਦ ਇਹ ਵੀ ਅਲੱਗ ਹੋ ਗਏ। ਅੱਜ ਦੇ ਭੂਗੋਲਿਕ ਵੰਡਣ ਕੀ ਹੈ? ਅੱਜ ਦਾ ਭੂਗੋਲਿਕ ਵੰਡਣ ਕੀ ਹੈ? ਭਾਰਤ ਦੇ ਵਿੱਚ ਕਿੰਨੇ ਨੇ? 28 ਰਾਜ ਨੇ ਤੇ 9 ਕੇਂਦਰ ਸ਼ਾਸਤ ਪ੍ਰਦੇਸ਼ ਨੇ। ਹੁਣ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਜਿਹੜਾ ਇੱਕ ਨਵਾਂ ਰਾਜ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਵੰਡਿਆ ਗਿਆ। ਕਿਹੜਾ ਸੀ? ਜੰਮੂ ਐਂਡ ਕਸ਼ਮੀਰ। ਤਾਂ ਕਰਕੇ ਇੱਥੇ 2 ਕੇਂਦਰ ਸ਼ਾਸਤ ਨਵੇਂ ਜੁੜ ਗਏ। ਕਿਹੜੇ? ਤੇ ਲਦਾਖ ਤੇ ਕਸ਼ਮੀਰ ਤੇ ਜਿਹੜਾ ਜੰਮੂ ਆ ਉਹਨੂੰ ਅਲੱਗ ਕਰ ਦਿੱਤਾ ਗਿਆ ਵਾ। ਤਾਂ ਕਰਕੇ ਸਾਡੇ ਕੋਲ ਹੁਣ ਰਾਜ ਕਿੰਨੇ ਰਹਿ ਗਏ? 28 ਰਾਜ ਰਹਿ ਗਏ ਤੇ 9 ਕੇਂਦਰ ਸ਼ਾਸਤ ਪ੍ਰਦੇਸ਼ ਹੋ ਗਏ। ਭਾਰਤ ਦੇ ਖੇਤਰਫਲ ਅਤੇ ਜਨਸੰਖਿਆ ਦ੍ਰਿਸ਼ਟੀ ਵਿੱਚ ਸਭ ਤੋਂ ਵੱਡੇ ਤੇ ਛੋਟੇ ਰਾਜ ਕਿਹੜੇ ਹਨ? ਖੇਤਰਫਲ ਦੇ ਪੱਖੋਂ ਤੁਹਾਨੂੰ ਪਤਾ ਹੀ ਆ ਰਾਜਸਥਾਨ ਦਾ ਏਰੀਆ ਸਭ ਤੋਂ ਵੱਡਾ ਹੈ ਤੇ ਸਭ ਤੋਂ ਛੋਟਾ ਕਿਹੜਾ ਵਾ? ਰਾਜ ਗੋਆ ਹੈ। ਤੇ ਜਨਸੰਖਿਆ ਦੇ ਅਕੋਰਡਿੰਗ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ ਵਾ ਤੇ ਸਿੱਕਿਮ ਦੇ ਵਿੱਚ ਸਭ ਤੋਂ ਛੋਟਾ ਰਾਜ ਮੰਨਿਆ ਗਿਆ। ਜੇਕਰ ਤੁਹਾਨੂੰ ਪੜ੍ਹਾਈ ਲਿਖਾਈ ਦੇ ਅਕੋਰਡਿੰਗ ਦੇਖਿਆ ਜਾਵੇ ਜਾਂ ਸਾਖਰਤਾ ਤੇ ਅਣਸਾਖਰਤ ਲੋਕਾਂ ਨੂੰ ਯਾਨੀ ਕਿ ਲਿਟਰੇਟ ਤੇ ਇਲਿਟਰੇਟ ਪੀਪਲਸ ਦਾ ਦੇਖਿਆ ਜਾਵੇ ਤਾਂ ਲਿਟਰੇਟਰ ਸਭ ਤੋਂ ਜ਼ਿਆਦਾ ਕਿੱਥੇ ਨੇ? ਕੇਰਲਾ ਦੇ ਵਿੱਚ ਨੇ। ਤੇ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਨੇ? ਸਾਡੇ ਬਿਹਾਰ ਦੇ ਵਿੱਚ ਨੇ। ਇਹ ਤੋਂ ਬਾਅਦ 50 ਤੋਂ 60 ਕੁਐਸਚਨ ਆਨਸਰ। ਪਹਿਲਾ ਕੁਐਸਚਨ, ਭਾਰਤ ਇੱਕ ਉਪ ਮਹਾਦੀਪ ਹੈ। ਮੈਂ ਪਹਿਲਾਂ ਹੀ ਗੱਲ ਕਿਹਾ ਵੀ ਭਾਰਤ ਨੂੰ ਜਿਹੜਾ ਵਾ ਏਸ਼ੀਆ ਮਹਾਦੀਪ ਦੇ ਵਿੱਚ ਆਉਂਦਾ ਪਰ ਇਹਨੂੰ ਉਪ ਮਹਾਦੀਪ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਇਹਦਾ ਇੱਕ ਰੀਜ਼ਨ ਹੈ। ਆਪਣੇ ਵਿਸਥਾਰ ਅਤੇ ਸਥਿਤੀ ਕਾਰਨ ਭਾਰਤ ਨੂੰ ਉਪ ਮਹਾਦੀਪ ਦਾ ਦਰਜਾ ਦਿੱਤਾ ਗਿਆ। ਵੀ ਪੰਜਾਬ ਜਿਹੜਾ ਵਾ ਉਹਦਾ ਵਿਸਥਾਰ ਤੇ ਉਹਦੀ ਸਥਿਤੀ ਦੇ ਕਾਰਨ ਉਹਨੂੰ ਉਪ ਮਹਾਦੀਪ ਦਾ ਦਰਜਾ ਦਿੱਤਾ ਗਿਆ। ਉਪ ਮਹਾਦੀਪ ਇੱਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ ਜਿਸ ਦੀਆਂ ਹੱਦਾਂ ਦੇ ਵੱਖ-ਵੱਖ ਥਲੀ ਰਚਨਾਵਾਂ ਦੀਆਂ ਰਾਖਵੀਆਂ ਬਣਾਈਆਂ ਜਾਂਦੀਆਂ ਹਨ। ਇਹ ਥਲੀ ਰਚਨਾਵਾਂ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ
ਵੱਖ ਕਰਦੀਆਂ ਹਨ ਵੀ ਜਿਵੇਂ ਕਿ ਉਪ ਮਹਾਦੀਪ ਕੀ ਹੈ, ਇੱਕ ਵਿਸ਼ਾਲ ਤੇ ਸੁਤੰਤਰ ਭੂ-ਭਾਗ ਹੁੰਦਾ ਵਾ ਜਿਹਦੀਆਂ ਅਲੱਗ-ਅਲੱਗ ਥਲ ਰਚਨਾਵਾਂ, ਯਾਨੀ ਕਿ ਜਿਹੜੀਆਂ ਅਰਥ ਸਰਫੇਸ ਦੀਆਂ ਜਿੰਨੀਆਂ ਵੀ ਬਾਊਂਡਰੀਜ਼ ਬਣੀਆਂ ਹੋਣਗੀਆਂ ਉਹਦੇ ਆਸ-ਪਾਸ ਦੇ ਜਿਹੜੇ ਖੇਤਰ ਹੋਣਗੇ ਉਹਨੂੰ ਥਲੀ ਯਾਤਰਾ ਕਿਹਾ ਜਾਂਦਾ ਹੈ। ਜਿਵੇਂ ਕਿ ਉੱਤਰ ਦੇ ਵਿੱਚ ਹਿਮਾਲਿਆ ਨੂੰ ਪਾਰ ਕਰੀਏ ਤਾਂ ਅਗੀਲੀ ਆ ਜਾਂਦਾ ਵਾ, ਤੁਜਕ ਆ ਜਾਂਦਾ ਵਾ, ਕੁਨੂਲੂਨੂੰ ਤੇ ਕਾਰਾਕੋਮੀਜ਼, ਹਿੰਦਕੁਸ਼ ਆਦਿ ਦੀਆਂ ਪਹਾੜੀਆਂ ਜਿਹੜੀਆਂ ਇਹਨੂੰ ਏਸ਼ੀਆ ਦੇ ਉੱਤਰ ਪੱਛਮ ਭਾਗ ਤੋਂ ਅਲੱਗ ਕਰਦੀਆਂ ਨੇ। ਤੇ ਦੱਖਣ ਦੇ ਵਿੱਚ ਜਲ ਜਲਡਮਲ ਮੱਧ ਅਤੇ ਮਿਨਾਰ ਦੀ ਖਾੜੀ ਜਿਹੜੀ ਆ ਉਹ ਸ਼੍ਰੀਲੰਕਾ ਤੋਂ ਅਲੱਗ ਕਰਦੀ ਹੈ। ਤੇ ਪੂਰਬ ਵਿੱਚ ਆਰਾਕਾਨ ਇਸ ਨੂੰ ਮਿਆਂਮਾਰ ਤੋਂ ਅਲੱਗ ਕਰਦਾ ਵਾ, ਤੇ ਥਾਰ ਦਾ ਮਾਰੂਥਲ ਜਿਹੜਾ ਵਾ ਉਹ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਇਹਨੂੰ ਵੱਖ ਕਰਦਾ ਵਾ। ਇੰਝ ਹੀ ਇਸ ਵਿੱਚ ਮੌਜੂਦਾ ਭਾਰਤ ਨੂੰ ਉਪ ਮਹਾਦੀਪ ਨਹੀਂ ਆਖ ਸਕਦੇ, ਕਿਉਂਕਿ ਭਾਰਤ ਉਪ ਮਹਾਦੀਪ ਦਾ ਨਿਰਮਾਣ ਕਰਨ ਲਈ ਵਰਤਮਾਨ ਭਾਰਤ ਨੂੰ ਨੇਪਾਲ, ਭੂਟਾਨ ਤੇ ਬੰਗਲਾਦੇਸ਼ ਨੂੰ ਮਿਲਾ ਕੇ ਕਰਦੇ ਹਨ, ਕਿਉਂਕਿ ਇਹ ਪਹਿਲਾਂ ਇੰਡੀਆ ਦਾ ਹੀ ਪਾਰਟ ਹੁੰਦੇ ਸੀ, ਬਾਅਦ ਵਿੱਚ ਇੰਡੀਆ ਤੋਂ ਅਲੱਗ-ਅਲੱਗ ਹੋ ਗਏ। ਅੱਗੇ ਹੈਗਾ ਭਾਰਤ ਸੱਭਿਆਚਾਰ ਦੇ ਕਿਸ ਭਰਾਵਾਂ ਦੇ ਅਨੇਕਤਾਵਾਂ ਮਿਲਦੀਆਂ ਹਨ, ਵੀ ਭਾਰਤ ਦੇ ਵਿੱਚ ਕਿੰਨੇ ਤਰ੍ਹਾਂ ਦੀ ਅਨੇਕਤਾਵਾਂ ਮਿਲਦੀਆਂ ਨੇ। ਭਾਰਤ ਜਿਹੜਾ ਵਾ ਇੱਥੇ ਦੇਸ਼ ਦੇ ਵਿੱਚ ਵੱਖ-ਵੱਖ ਜਾਤ ਤੇ ਧਰਮ ਦੇ ਲੋਕ ਰਹਿੰਦੇ ਆ, ਸਾਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਇੱਥੇ ਕਈ ਤਰ੍ਹਾਂ ਦੀਆਂ ਬੋਲੀਆਂ, ਪਹਿਰਾਵੇ, ਰਹਿਣ ਸਹਿਣ ਤੇ ਖਾਣ ਪੀਣ ਵਖਰੇਵਾਂ ਹੋ ਗਿਆ ਹੈ। ਭਾਰਤ ਦੇ ਲੋਕ ਗੀਤ, ਮੇਲੇ, ਤਿਉਹਾਰ, ਰੀਤੀ ਰਿਵਾਜ ਸਾਰੇ ਵੱਖ-ਵੱਖ ਨੇ। ਇੱਥੇ 187 ਭਾਸ਼ਾਵਾਂ ਪ੍ਰਚਲਿਤ ਹਨ, ਜਿਹਦੇ 97% ਭਾਗ ਦੇ ਵਿੱਚ 23 ਭਾਸ਼ਾਵਾਂ ਜਿਹੜੀਆਂ ਮੇਨ ਬੋਲੀਆਂ ਜਾਂਦੀਆਂ ਨੇ। ਸੰਵਿਧਾਨ ਦੇ ਵਿੱਚ ਹੁਣ ਕਿੰਨੀਆਂ ਭਾਸ਼ਾਵਾਂ ਨੇ? 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੋ ਚੁੱਕੀ ਹੈ, ਜਿਹੜੀਆਂ ਕਿ ਵੱਖ-ਵੱਖ ਭਾਗਾਂ ਦੇ ਵਿੱਚ ਵਿਕਸਿਤ ਹੋਈਆਂ ਹਨ। ਇਹ ਸੱਚ ਹੈ ਕਿ ਇੱਥੇ ਚਾਹੇ ਜੀਵਨ ਸਾਰਿਆਂ ਦਾ ਅਲੱਗ-ਅਲੱਗ ਆ ਪਾਇਆ ਜਾਂਦਾ ਹੈ, ਤਾਂ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਵੀ ਭਾਰਤ ਦੇ ਵਿੱਚ ਅਨੇਕਤਾਵਾਂ ਮਿਲਦੀਆਂ ਹਨ। ਨੈਕਸਟ ਹੈਗਾ ਵਾ ਦੇਸ਼ ਦੀ ਜਨਸੰਖਿਆ ਦਾ ਸਰੂਪ ਕੀ ਹੈ, ਵੀ ਦੇਸ਼ ਦੇ ਵਿੱਚ ਜਨਸੰਖਿਆ ਕਿਸ ਹਿਸਾਬ ਦੀਆਂ ਨੇ। ਉਹ 2011 ਦੇ ਵਿੱਚ ਜਿਹੜੀ ਜਨਸੰਖਿਆ ਹੋਈ ਸੀ ਉਹਦੇ ਵਿੱਚ ਸਾਡਾ ਜਿਹੜਾ ਲਗਭਗ ਇੰਡੀਆ ਦੀ ਪਾਪੂਲੇਸ਼ਨ, ਯਾਨੀ ਕਿ ਸਾਡੀ ਜਿਹੜੀ ਜਨਸੰਖਿਆ ਸੀ ਉਹ ਕਿੰਨੀ ਸੀ? 121 ਕਰੋੜ ਸੀਗੀ। ਚੀਨ ਤੋਂ ਬਾਅਦ ਜਿਹੜਾ ਭਾਰਤ ਸੀਗਾ ਉਹ ਪਾਪੂਲੇਸ਼ਨ ਦੇ ਦਰਜੇ ਵਿੱਚ ਦੂਸਰਾ ਸਥਾਨ ਰੱਖਦਾ ਸੀ। ਇਹਦਾ ਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਹੇਠ ਲਿਖੀਆਂ ਨੇ। ਭਾਰਤ ਦਾ ਖੇਤਰਫਲ ਦੇ ਅਨੁਸਾਰ ਜਿਹੜਾ ਪੂਰੇ ਸੰਸਾਰ ਦਾ ਜਿਹੜਾ ਖੇਤਰਫਲ ਆ ਉਹਦਾ 2.2 ਭਾਰ ਜਿਹੜਾ ਇੰਡੀਆ ਦੇ ਵਿੱਚ ਹੈ, ਅਤੇ ਇਸ ਦੇ ਵਿੱਚ ਵਿਸ਼ਵ ਦੀ 17.01 ਜਨਸੰਖਿਆ ਦਾ ਨਿਵਾਸੀ ਇੱਥੇ ਕਰਦੀ ਹੈ। ਇੱਥੇ 62.37 ਕਰੋੜ ਮਰਦ ਅਤੇ 58.64 ਕਰੋੜ ਔਰਤਾਂ ਰਹਿੰਦੀਆਂ ਹਨ। ਭਾਰਤ ਦੀ ਕੁੱਲ ਜਨਸੰਖਿਆ ਦਾ 71% ਜਿਹੜੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਅਤੇ 29% ਕਿੱਥੇ ਰਹਿੰਦੀ ਹੈ? ਸ਼ਹਿਰਾਂ ਦੇ ਵਿੱਚ। 2011 ਦੀ ਜਨਸੰਖਿਆ ਦੇ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ ਕਿੰਨੀ ਆ, ਵੀ ਜਾਣੀ ਕਿ ਕਿੰਨੇ ਲੋਕ ਇੱਕ ਵਰਗ ਕਿਲੋਮੀਟਰ ਏਰੀਆ ਦੇ ਵਿੱਚ ਰਹਿੰਦੇ ਆ? 382 ਵਿਅਕਤੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਰਹਿੰਦੇ ਆ। ਭਾਰਤ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਕਿੰਨੀ ਹੈ? 74.3, ਅਤੇ ਮਰਦ ਤੇ ਔਰਤਾਂ ਦੀ ਅਨੁਪਾਤ ਕਿੰਨਾ ਵਾ? 10:94 ਹੈ। ਠੀਕ ਹੈ ਜੀ। ਨੈਕਸਟ ਹੈਗਾ ਭਾਰਤ ਦੇ ਸਥਾਨਿਕ ਵਿਸਥਾਰ ਦੇ ਨਾਲ ਲਿਖੋ, ਵੀ ਭਾਰਤ ਕਿੱਥੇ ਸਥਿਤ ਹੈ ਜਾਂ ਉਹਦੀ ਕੀ ਸਥਿਤੀ ਹੈ। ਭਾਰਤ ਜਿਹੜਾ ਵਾ ਉਹ 42 ਇੰਚ ਤੋਂ 377, 53 ਉੱਤਰੀ ਅਸ਼ਾਂਸ਼ ਦੇ ਵਿਚਕਾਰ 68 ਡਿਗਰੀ 3 ਤੋਂ 97 ਡਿਗਰੀ 24 ਪੂਰਬੀ ਦੇਸ਼ਾਂਤਰ ਦੇ ਵਿਚਕਾਰ ਫੈਲਿਆ ਹੋਇਆ ਹੈ। ਕਰਕ ਰੇਖਾ ਜਿਹੜੀ ਕੀ ਆ, ਜਿਹੜੀ ਕਿ ਟੌਪਿਕ ਆਫ ਕੈਂਸਰ ਜਿਹੜੀ ਆ ਉਹ ਇਹਦੇ ਵਿੱਚ ਵੱਧ ਦੇ ਵਿੱਚੋਂ ਨਿਕਲਦੀ ਹੈ। ਉੱਤਰੀ ਭਾਰਤ ਦਾ ਖੇਤਰਫਲ ਦੱਖਣੀ ਭਾਰਤ ਨਾਲੋਂ ਦੁੱਗਣਾ ਹੈ, ਕਿਉਂਕਿ ਇਹ ਕੀ ਆ, ਮੱਧ ਪ੍ਰਦੇਸ਼ ਤੋਂ ਉੱਪਰ ਦੇਖਿਆ ਜਾਵੇ ਤਾਂ ਇੰਡੀਆ ਦਾ ਜਿਹੜੀ ਭੂ-ਮੱਧ ਰੇਖਾ ਵਾ ਉਹਨੇ ਇੰਡੀਆ ਦੇ ਦੋ ਭਾਗ ਦੇ ਵਿੱਚ ਵੰਡਾਈ ਕਰ ਦਿੱਤੀ ਹੈ, ਉੱਤਰੀ ਭਾਰਤ ਤੇ ਦੱਖਣੀ ਭਾਰਤ। ਉੱਤਰੀ ਭਾਰਤ ਦਾ ਜਿਹੜਾ ਖੇਤਰਫਲ ਉਹ ਜ਼ਿਆਦਾ ਮੰਨਿਆ ਗਿਆ। ਇਸ ਦੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੀ ਲੰਬਾਈ ਕਿੰਨੀ ਆ, ਯਾਨੀ ਕਿ ਪੂਰੇ ਸਿਰ ਤੋਂ ਲੈ ਕੇ, ਭਾਰਤ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਕਿੰਨਾ ਵਾ? 3214 ਕਿਲੋਮੀਟਰ ਬਣੀ ਗਈ ਆ। ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ ਕੱਛ ਦੀ ਲੰਬਾਈ ਕਿੰਨੀ ਆ? 2933 ਕਿਲੋਮੀਟਰ, ਯਾਨੀ ਕਿ ਪੂਰਬ ਤੋਂ ਪੱਛਮ ਵੱਲ ਦੀ ਜਿਹੜੀ ਆ ਉਹ ਇੰਨੀ ਆ। ਇਸ ਦਾ ਵਿਸਥਾਰ ਅਨੁਮਾਨ ਤਾਂ ਇਹ ਲਗਾਇਆ ਜਾ ਸਕਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਦੋਂ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਦੇ ਵਿੱਚ ਹਾਲੇ ਰਾਤ ਦਾ ਅਖੀਰਲਾ ਪੜਾਅ ਚੱਲ ਰਿਹਾ ਹੁੰਦਾ। 2 ਘੰਟਿਆਂ ਦਾ ਇਹਨਾਂ ਦਾ ਡਿਫਰੈਂਸ ਆ, ਉਹ ਅੱਗੇ ਜਾ ਕੇ ਤੁਹਾਨੂੰ ਇੱਕ ਹੋਰ ਕੁਐਸਚਨ ਮਿਲ ਜਾਏਗਾ। ਨੈਕਸਟ ਹੈਗਾ ਭਾਰਤੀ ਭਾਸ਼ਾਵਾਂ ਅਤੇ ਲੋਕ ਭਾਸ਼ਾਵਾਂ ਦੇ ਵਿੱਚ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ, ਵੀ ਜਿਹੜੀ ਭਾਰਤੀ ਲੋਕ ਕਲਾਵਾਂ ਨੇ ਤੇ ਉਹਨਾਂ ਦੀਆਂ ਏਕਤਾਵਾਂ ਕਿਸ ਤਰੀਕੇ ਨਾਲ ਇਕਰੂਪਤਾ ਵਿੱਚ ਹੁੰਦੀਆਂ ਨੇ। ਭਾਰਤੀ ਜਿਹੜੀਆਂ ਭਾਸ਼ਾਵਾਂ ਤੇ ਲੋਕ ਕਲਾਵਾਂ ਨੇ ਇਸ ਦਾ ਦੇਸ਼ ਦੀ ਏਕਤਾ ਦੇ ਵਿੱਚ ਵਿਸ਼ੇਸ਼ ਰੰਗ ਭਰਿਆ ਹੈ। ਵੀ ਜਿਹੜਾ ਸੰਸਕ੍ਰਿਤ ਤੋਂ ਜਿੰਨੀ ਵੀ ਭਾਸ਼ਾਵਾਂ ਲਈਆਂ ਉਹ ਸੰਸਕ੍ਰਿਤ ਤੋਂ ਲੈ ਕੇ ਆਈਆਂ ਗਈਆਂ ਹਨ। ਇਹਦੇ ਵੇਦ ਅਤੇ ਹੋਰ ਪ੍ਰਾਚੀਨ ਜਿਹੜੇ ਗ੍ਰੰਥ ਨੇ ਇਸੇ ਭਾਸ਼ਾ ਵਿੱਚ ਲਿਖੇ ਗਏ ਤੇ ਪੜ੍ਹੇ ਜਾਂਦੇ ਹਨ। ਰਾਜਸਥਾਨ ਤੋਂ ਲੈ ਕੇ ਮਣੀਪੁਰ ਤੱਕ ਦੇ ਵੇਦ ਦਾ ਪ੍ਰਚਾਰ ਜਿਹੜਾ ਸਿਹਰਾ ਵਾ ਉਹ ਕਿਹਦੇ ਉੱਤੇ ਆ? ਸੰਸਕ੍ਰਿਤ ਭਾਸ਼ਾ ਦੇ ਉੱਤੇ ਹੀ ਹੈ। ਸੰਸਕ੍ਰਿਤ ਭਾਸ਼ਾ ਨਾਲ ਮੇਲ ਖਾਂਦੀ ਉਰਦੂ ਦਾ ਜਨਮ ਹੁੰਦਾ ਹੈ, ਤੇ ਉਸੇ ਕਾਲ ਦੇ ਵਿੱਚ ਦਿੱਲੀ ਦੇ ਸ਼ਾਸਕ ਵੱਲੋਂ ਮਾਨਤਾ ਪ੍ਰਾਪਤ ਕੀਤੀ ਗਈ ਹੋਈ। ਫਿਰ ਅੱਜ ਜਿਹੜੀ ਆ ਅੰਗਰੇਜ਼ੀ ਦੇਸ਼ ਦੀ ਸੰਪਰਕ
ਭਾਸ਼ਾ ਬਣ ਚੁੱਕੀ ਆ, ਅਤੇ ਹਿੰਦੀ ਰਾਸ਼ਟਰੀ ਭਾਸ਼ਾ ਜਾਣੀ ਕਿ ਜਿਹੜਾ ਵਾ ਜਿਹੜੇ ਕੰਮ ਹੁੰਦੇ ਆ ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਜ਼ਿਆਦਾਤਰ ਹੋਣ ਲੱਗ ਗਏ। ਹਿੰਦੀ ਨੂੰ ਭਾਵੇਂ ਅਸੀਂ ਰਾਸ਼ਟਰੀ ਭਾਸ਼ਾ ਦਿੱਤੀ ਗਈ ਆ। ਪੂਰੇ ਦੇਸ਼ ਦੇ ਵਿੱਚ ਲੋਕ ਕਲਾਵਾਂ ਦਾ ਭਾਵ ਲੋਕ ਗੀਤ ਸਮਾਨ ਭਾਵ ਬਿਆਨ ਕਰਦੇ ਹਨ, ਵੀ ਜਿਵੇਂ ਕਿ ਲੋਕ ਕਲਾਵਾਂ ਜਿਹੜੀਆਂ ਐਕਸਪ੍ਰੈਸ਼ਨ ਦਿੰਦੀਆਂ ਜਾਣੀ ਕਿ ਜਿਹੜੇ ਮੈਸੇਜ ਦਿੰਦੇ ਆ, ਉਹੀ ਸਾਡੇ ਲੋਕ ਗੀਤ ਵੀ ਉਸ ਦੇ ਵਿੱਚ ਦਿੰਦੇ ਆ। ਵੀਰ ਰਸ ਅਤੇ ਲਲਿਤ ਕਲਾਵਾਂ ਵੀ ਪ੍ਰਚਲਿਤ ਹਨ, ਵੀ ਜਿਵੇਂ ਅਸੀਂ ਦੂਸਰੇ ਦੀਆਂ ਗਾਥਾਵਾਂ ਸੁਣਾਉਂਦੇ ਹਾਂ, ਜਿਵੇਂ ਕਿ ਭਗਤ ਸਿੰਘ ਜੀ ਦੀਆਂ ਹੋ ਗਈਆਂ, ਲਾਲਾ ਲਾਜਪਤ ਰਾਏ ਦੀਆਂ, ਉਹ ਵੀ ਸਾਨੂੰ ਇਹਨਾਂ ਵਿੱਚ ਵਧੀਆ ਮਿਲਦੀਆਂ ਹਨ। ਇਸੇ ਤਰ੍ਹਾਂ ਭਾਰਤੀ ਫਿਲਮਾਂ ਦੇ ਵਿੱਚ ਭਾਰਤੀ ਸੱਭਿਆਚਾਰ ਦੀ ਏਕਤਾ ਪ੍ਰਦਾਨ ਕਰਦੀਆਂ ਹਨ, ਵੀ ਜਿਵੇਂ ਭਾਰਤ ਦੇ ਵਿੱਚ ਜਿਹੜੇ ਸਿਨੇਮੇ ਚੱਲਦੇ ਹਨ, ਬਾਲੀਵੁੱਡ, ਹਾਲੀਵੁੱਡ ਅਤੇ ਬਾਲੀਵੁੱਡ, ਇਹ ਸਾਰੇ ਕੀ ਨੇ, ਇਹ ਭਾਰਤ ਦੀ ਜਿਹੜੀ ਏਕਤਾ ਨੂੰ ਆ ਉਹਨੂੰ ਦਰਸਾਉਂਦੇ ਨੇ। ਨੈਕਸਟ ਹੈਗਾ, ਭਾਰਤ ਦੇ ਵਿੱਚ ਖੇਤਰੀ ਭਿੰਨਤਾਵਾਂ ਨੂੰ ਕਿਸੇ ਦੋ ਤੱਥਾਂ ਦੁਆਰਾ ਸਮਝਾਓ, ਵੀ ਜਿਹੜੇ ਭਾਰਤ ਦੇ ਵਿੱਚ ਖੇਤੀ ਭਿੰਨਤਾਵਾਂ ਜਾਣੀ ਕਿ ਇੱਕ ਏਰੀਏ ਦੇ ਅਤੇ ਦੂਜੇ ਏਰੀਏ ਵਿੱਚ ਜਿਹੜਾ ਡਿਫਰੈਂਸ ਆ, ਉਹਦੇ ਦੋ ਤੱਤ ਤੁਸੀਂ ਸਮਝਾਉਣੇ ਸਾਨੂੰ। ਇਹਦੇ ਵਿੱਚ ਦੋ ਤੱਤ ਹੈਗੇ, ਪਹਿਲਾ ਵਿਸ਼ਾਲ ਖੇਤਰ, ਵੀ ਜਿਹੜਾ ਭਾਰਤ ਦਾ ਪੂਰਬ ਪੱਛਮ ਅਤੇ ਉੱਤਰ ਦੱਖਣ ਦਾ ਵਿਸਥਾਰ ਹੈ, ਵਧੇਰੇ ਹੋਣ ਕਾਰਨ ਇੱਥੇ ਵਧੇਰੇ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ, ਕਿਉਂਕਿ ਜਿਹੜਾ ਪੂਰਬ ਦਾ ਏਰੀਆ ਉਹ ਕਿੰਨਾ ਵਾ 2933 ਕਿਲੋਮੀਟਰ ਦੇ, ਉੱਤਰ ਤੋਂ ਦੱਖਣ ਤੱਕ ਦਾ ਕਿੰਨਾ 3214 ਕਿਲੋਮੀਟਰ ਇਹਦਾ ਏਰੀਆ ਦਾ ਡਿਫਰੈਂਸ ਹੈਗਾ ਵਾ। ਆਪਣੇ ਵਿਸ਼ਾਲ ਭੂਗੋਲਿਕ ਖੇਤਰ ਕਰਕੇ ਇਹਨੂੰ ਉਪ ਮਹਾਂਦੀਪ ਦਾ ਦਰਜਾ ਵੀ ਦਿੱਤਾ ਗਿਆ। ਇੱਥੇ ਕੁਦਰਤੀ ਅਤੇ ਮਾਨਵੀ ਤੱਥਾਂ ਦਾ ਵਖਰੇਵਾਂਪਣ ਵੀ ਪਾਇਆ ਜਾਂਦਾ ਹੈ, ਜਾਣੀ ਕਿ ਇੱਥੇ ਕੀ ਨੇ ਵੀ ਜਿਹੜੇ ਨੈਚੁਰਲ ਰਿਸੋਰਸਿਸ ਨੇ ਅਤੇ ਹਿਊਮਨ ਮੇਡ ਰਿਸੋਰਸ ਨੇ, ਉਹਨਾਂ ਦੇ ਵਿੱਚ ਵੀ ਕਾਫੀ ਡਿਫਰੈਂਸ ਮਿਲਦਾ ਵਾ। ਨੈਕਸਟ ਹੈਗਾ ਧਰਾਤਲ, ਇਸ ਧਰਤੀ ਦੇ ਉੱਤੇ ਜਿਵੇਂ ਕਿ ਅਰਾਵਲੀ ਵਰਗੇ ਪ੍ਰਾਚੀਨ ਪਰਬਤ ਹਨ ਅਤੇ ਹਿਮਾਲਿਆ ਵਰਗੇ ਨਵੀਨ ਪਰਬਤ ਵੀ ਸਥਿਤ ਹਨ, ਵੀ ਜਿਵੇਂ ਕਿ ਅਰਾਵਲੀ ਪਰਬਤ ਸਭ ਤੋਂ ਪੁਰਾਣੇ ਜਾਣੀ ਕਿ ਏਸ਼ੀਅਨ ਟਾਈਪ ਦੇ ਪਰਬਤ ਮੰਨੇ ਜਾਂਦੇ, ਅਤੇ ਹਿਮਾਲਿਆ ਨੂੰ ਹਲੇ ਵੀ ਕੀ ਕਿਹਾ ਜਾਂਦਾ ਵਾ, ਨਿਊ ਪਰਬਤ ਮੰਨਿਆ ਗਿਆ ਵਾ। ਇਸ ਦੇ ਦੱਖਣ ਦੇ ਵਿੱਚ ਸਖਤ ਅਤੇ ਪੁਰਾਤਨ ਚੱਟਾਨਾਂ ਦੀਆਂ ਬਣੀਆਂ ਪ੍ਰਾਇਦੀਪੀ ਪਠਾਰਾਂ ਨੇ, ਇਹਦੇ ਵਿੱਚ ਜਾਣੀ ਕਿ ਕਾਫੀ ਪੁਰਾਣੇ ਦੱਖਣ ਦੇ ਵਿੱਚ ਕਾਫੀ ਟਾਈਮ ਦੇ ਓਲਡ ਕੀ ਨੇ ਹਾਰਡ ਅਤੇ ਜਿਹੜੀਆਂ ਪੁਰਾਣੀਆਂ ਚੱਟਾਨਾਂ ਮਿਲਦੀਆਂ ਨੇ, ਅਤੇ ਇਸ ਦੇ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੇ ਵਿਚਕਾਰ ਉਪਜਾਊ ਮੈਦਾਨ ਮਿਲਦੇ ਹਨ। ਅਤੇ ਹਿਮਾਲਿਆ ਦੇ ਪ੍ਰਾਇਦੀਪੀ ਜਿਵੇਂ ਕਿ ਸਾਡਾ ਪੰਜਾਬ ਇਹਨਾਂ ਦੋਹਾਂ ਦੇ ਵਿਚਾਲੇ ਆਉਂਦਾ ਵਾ, ਤਾਂ ਉਹ ਪਲੇਨ ਏਰੀਆ ਵਾ, ਅਤੇ ਇੱਥੇ ਕੀ ਆ ਵਧੀਆ ਉਪਜਾਊ ਖੇਤਰ ਦੇ ਮੈਦਾਨ ਮਿਲਦੇ ਨੇ। ਨੈਕਸਟ ਹੈਗਾ, ਭਾਰਤ ਦੀਆਂ ਅਨੇਕਤਾਵਾਂ ਵਿੱਚ ਏਕਤਾ ਦੇ ਦੋ ਤੱਥ ਦਾ ਸਪਸ਼ਟ ਵਰਣਨ ਕਰੋ, ਵੀ ਭਾਰਤ ਦੀਆਂ ਅਨੇਕਤਾਵਾਂ ਜਾਣੀ ਕਿ ਕਈ ਤਰ੍ਹਾਂ ਦੀਆਂ ਅਨੇਕਤਾਵਾਂ ਨੇ, ਪਰ ਉਹ ਫਿਰ ਵੀ ਸਾਨੂੰ ਏਕਤਾ ਵਿੱਚ ਪਰੋਂਦੀਆਂ ਨੇ। ਦੋ ਤੱਥ ਦੱਸ ਰਹੇ ਹਾਂ। ਭਾਰਤੀ ਧਰਾਤਲੀ ਰੂਪ ਦੇ ਵਿੱਚ ਬੜੀ ਭਿੰਨਤਾਵਾਂ ਹਨ। ਇਸ ਦੇ ਉੱਤਰ ਦੇ ਵਿੱਚ ਹਿਮਾਲਿਆ ਅਤੇ ਦੱਖਣ ਦੇ ਵਿੱਚ ਪ੍ਰਾਇਦੀਪੀ ਪਠਾਰ ਹਨ। ਉੱਤਰ ਦੇ ਵਿਸ਼ਾਲ ਮੈਦਾਨ ਦੀ ਭਿੰਨਤਾਵਾਂ ਦਾ ਗਹਿਰਾ ਕਰਦੀਆਂ ਹਨ। ਇਹਨਾਂ ਦੀਆਂ ਭਿੰਨਤਾਵਾਂ ਦੇ ਬਾਵਜੂਦ ਵੀ ਮੌਨਸੂਨ ਪੌਣਾਂ ਦੀਆਂ ਏਕਤਾ ਮੁਹਿੰਮ ਕਰਦੀਆਂ ਹਨ, ਅਤੇ ਦੇਸ਼ ਦੀ ਵਧੇਰੇ ਵਰਖਾ ਇਹਨਾਂ ਪੌਣਾਂ ਰਾਹੀਂ ਹੁੰਦੀ ਹੈ। ਵੀ ਜਿਹੜਾ ਭਾਰਤ ਵਿੱਚ ਧਰਾਤਲ ਜੇਕਰ ਦੇਖਿਆ ਜਾਵੇ ਵੀ ਅਕੋਰਡਿੰਗ ਟੂ ਉਹਦੇ ਸਰਫੇਸ 'ਤੇ, ਵੀ ਜਿਹੜਾ ਕੀ ਆ ਉੱਤਰ ਦੇ ਵਿੱਚ ਹਿਮਾਲਿਆ ਦਾ ਪਰਬਤ ਮਿਲ ਜਾਂਦਾ ਵਾ, ਅਤੇ ਦੱਖਣ ਦੇ ਵਿੱਚ ਸਾਨੂੰ ਪ੍ਰਾਇਦੀਪੀ ਪਠਾਰ ਮਿਲ ਜਾਂਦਾ। ਵਿਚਾਲੇ ਜੇ ਵਿਸ਼ਾਲ ਜਿਹੜੇ ਸਾਨੂੰ ਮੈਦਾਨੀ ਏਰੀਆ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਇਹ ਮਿਲ ਜਾਂਦੇ ਨੇ, ਪਰ ਇਹਨਾਂ ਦੇ ਵਿੱਚ ਜਿਹੜੀ ਪੈਣ ਵਾਲੀ ਜਿਹੜੇ ਵਰਸ਼ਾ ਹੁੰਦੀ ਹੈ, ਜਾਣੀ ਕਿ ਜਿਹੜਾ ਸਾਉਣ ਦਾ ਟਾਈਮ ਆਉਂਦਾ ਵਾ, ਮਾਨਸੂਨ ਆਉਂਦੇ ਆ, ਉਹ ਕੀ ਆ ਸਾਰਿਆਂ ਦੇ ਇੱਕ ਸਮਾਨ ਜੀ ਵਰਖਾ ਕਰਦੇ ਆ, ਤਾਂ ਕਰਕੇ ਇਹ ਏਕਤਾ ਵਿੱਚ ਪਰੋਂਦੀਆਂ ਨੇ। ਦੂਸਰਾ ਕਾਰਨ ਹੈ ਵੀ ਭਾਰਤ ਦੇ ਵਿੱਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ ਵਿੱਚ ਜਿਹੜੀਆਂ 97% ਭਾਸ਼ਾਵਾਂ ਨੇ, ਉਹ 23 ਭਾਸ਼ਾਵਾਂ ਜਿਹੜੀਆਂ ਵਧੇਰੇ 97% ਏਰੀਆ ਇੰਡੀਆ ਦਾ ਕਵਰ ਕਰ ਲੈਂਦੀਆਂ ਨੇ, ਪਰ ਇਹਨਾਂ ਵਿੱਚ ਸੰਸਕ੍ਰਿਤ ਜਿਹੜੀ ਆ ਉਹ ਸਮੁੱਚੇ ਇੱਕ ਸਰੋਤ ਦੇ ਵਿੱਚ ਪਰੋਇਆ ਹੋਇਆ। ਇੰਗਲਿਸ਼ ਨੂੰ ਅਸੀਂ ਸੰਪਰਕ ਲੈਂਗੁਏਜ ਬਣਾਇਆ ਹੈ, ਅਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦੇਣ ਦਿੱਤਾ ਹੋਇਆ, ਤਾਂ ਇਹ ਸਾਡੀ ਏਕਤਾ ਨੂੰ ਮੁਹੱਈਆ ਕਰਵਾਉਂਦੀਆਂ ਨੇ। ਨੈਕਸਟ ਹੈਗਾ, ਭਾਰਤ ਦੇ ਵਿੱਚ ਕੁਦਰਤੀ ਭਿੰਨਤਾਵਾਂ ਅਤੇ ਸੱਭਿਆਚਾਰਕ ਭਿੰਨਤਾਵਾਂ ਪੈਦਾ ਕਰਨ ਦੇ ਵਿੱਚ ਕੀ ਯੋਗਦਾਨ ਹੈ। ਵੀ ਭਾਰਤ ਦੇ ਵਿੱਚ ਕਈ ਤਰ੍ਹਾਂ ਦੇ ਨੈਚੁਰਲ ਡਿਫਰੈਂਸਿਸ ਵੀ ਨੇ ਅਤੇ ਕਲਚਰਲ ਡਿਫਰੈਂਸਿਸ ਵੀ ਨੇ, ਇਹ ਕਿਸ ਤਰੀਕੇ ਨਾਲ ਯੋਗਦਾਨ ਪਾਉਂਦੇ ਨੇ। ਭਾਰਤ ਇੱਕ ਵਿਸ਼ਾਲ ਦੇਸ਼ ਆ, ਇਹਦੀ ਵਿਸ਼ਾਲਤਾ ਦੇ ਕਾਰਨ ਇੱਥੇ ਦੇਸ਼ ਦੇ ਵਿੱਚ ਅਨੇਕਾਂ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ। ਪਹਾੜ ਦੇਸ਼ ਨੂੰ ਉੱਨੀ ਕੱਪੜੇ ਪਹਿਨਾਉਂਦੇ ਹਨ, ਅਤੇ ਇਸ ਦੇ ਰਹਿਣ ਸਹਿਣ ਦਾ ਵੀ ਆਪਣੀ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ। ਵੀ ਜਿਵੇਂ ਪਹਾੜੀ ਏਰੀਆ ਜਿਵੇਂ ਹਿਮਾਚਲ ਪ੍ਰਦੇਸ਼ ਹੋ ਗਿਆ, ਤਾਂ ਇਹਨਾਂ ਦੇ ਵਿੱਚ ਕੀ ਆ, ਇੱਥੇ ਲੋਕ ਕੀ ਆ ਗਰਮ ਕੱਪੜੇ ਪਾਉਂਦੇ ਨੇ, ਅਤੇ ਇੱਥੇ ਦਾ ਰਹਿਣ ਸਹਿਣ ਵੀ ਉਹ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ। ਉਸੇ ਤਰੀਕੇ ਨਾਲ ਜਿਹੜੇ ਪ੍ਰਾਇਦੀਪੀ ਪਠਾਰ ਨੇ, ਲੋਕਾਂ ਨੂੰ ਸਖਤ ਹਾਲਤਾਂ ਵਿੱਚ ਕੰਮ ਕਰਨਾ ਪੈਂਦਾ ਹੈ, ਅਤੇ ਖੇਤੀ ਦੇ ਉੱਤਮ ਦੇਸ਼ਾਂ ਦੇ ਹੋਰ ਭਾਗਾਂ ਦੇ ਨਾਲ ਵੱਖਰਾ ਕਰਦੇ ਨੇ। ਜਿਵੇਂ ਪ੍ਰਾਇਦੀਪੀ ਪਠਾਰ ਹੁੰਦੇ ਆ, ਤਾਂ ਇੱਥੇ ਦੀਆਂ ਹਾਲਤਾਂ ਕੀ ਨੇ, ਕਾਫੀ ਗਰਮ ਏਰੀਆ ਹੁੰਦਾ ਵਾ, ਅਤੇ ਦੂਜਾ ਕੀ ਹੁੰਦਾ ਵਾ, ਇਹ ਕਾਫੀ ਹਾਰਡ ਲਾਈਫ ਹੁੰਦੀ ਹੈ ਇੱਥੇ ਸਪੈਂਡ ਕਰਨ ਦੇ ਲਈ, ਅਤੇ ਇੱਥੇ ਖੇਤੀ ਕਰਨ ਦੇ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਹਾਰਡ ਵਰਕ ਕਰਨੇ ਪੈਂਦੇ ਆ। ਉਹਨਾਂ ਦੇ ਖਾਣ ਪੀਣ ਅਤੇ ਪਹਿਰਾਵਾ ਵੀ ਉੱਥੋਂ ਦੇ ਜਲਵਾਯੂ ਦੇ ਅਨੁਕੂਲ ਹੁੰਦਾ, ਵੀ ਜਿਹੋ ਜਿਹਾ ਉੱਥੇ ਦਾ ਟੈਂਪਰੇਚਰ ਅਤੇ ਇਨਵਾਇਰਮੈਂਟ ਹੁੰਦਾ, ਉਹ ਜਿਹਾ ਉਹ ਆਪਣਾ ਖਾਣ ਪੀਣ ਕਰਦੇ ਆ ਅਤੇ ਪਹਿਰਾਵੇ ਪਾਉਂਦੇ ਆ। ਇਸੇ ਤਰ੍ਹਾਂ ਮੈਦਾਨੀ ਭਾਗਾਂ ਦੇ ਵਿੱਚ ਲੋਕਾਂ ਨੂੰ ਘੱਟ ਮਿਹਨਤ ਦੇ ਨਾਲ ਵਧੇਰੇ ਲਾਭ ਕਮਾਏ ਆ, ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕਰ ਰਹੇ ਹਨ। ਜਿਵੇਂ ਮੈਦਾਨੀ ਭਾਗ ਜਿਵੇਂ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ, ਇਹ ਕੀ ਨੇ ਪਲੇਨ ਏਰੀਆ ਮੰਨੇ ਜਾਂਦੇ, ਜਾਣੀ ਕਿ ਮੈਦਾਨੀ ਏਰੀਆ, ਅਤੇ ਇੱਥੇ ਲੋਕਾਂ ਨੂੰ ਘੱਟ ਮਿਹਨਤ ਦੇ ਨਾਲ ਜ਼ਿਆਦਾ ਫਲ ਮਿਲ ਜਾਂਦਾ ਵਾ, ਤਾਂ ਕਰਕੇ ਇਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਕਾਫੀ ਉੱਚੇ ਲੈਵਲ ਦੇ ਉੱਤੇ ਆ। ਨੈਕਸਟ ਤੇ ਲਾਸਟ ਕੁਐਸਚਨ, ਨੈਕਸਟ 9th ਕੁਐਸਚਨ ਹੈਗਾ, ਜਦੋਂ
ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੇ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਦੇ ਵਿੱਚ ਰਾਤ ਹੁੰਦੀ ਹੈ। ਇਹਦੀ ਵਿਆਖਿਆ ਕਰੋ। ਇਹਦੇ ਬਾਰੇ ਅਸੀਂ ਪੜ੍ਹਿਆ ਵਾ ਵੀ ਜਿਵੇਂ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਦੀ ਦੂਰੀ ਕਿੰਨੀ ਹੈ, 2933 ਕਿਲੋਮੀਟਰ ਆ। ਤਾਂ ਇੰਝ ਅਸੀਂ ਆ ਸਕਦੇ ਹਾਂ ਵੀ ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਜਿਹੜਾ ਰਨ ਆਫ ਕੱਛ ਦਾ ਦਰਮਿਆਨੀ ਕਿੰਨਾ ਵਾ, 29 ਡਿਗਰੀ 12 ਦੇਸ਼ਾਂਤਰਿਤ ਦਾ ਫਰਕ ਮੰਨਿਆ ਜਾਂਦਾ। ਹਰੇਕ ਦੇਸ਼ਾਂਤਰਿਤ ਦਾ 4 ਮਿੰਟ ਦਾ ਫਰਕ ਪੈਂਦਾ ਵਾ ਅਤੇ ਇਹਨਾਂ ਥਾਵਾਂ ਦੇ ਵਿੱਚ 2 ਘੰਟੇ ਦਾ ਫਰਕ ਪੈ ਜਾਂਦਾ। ਜਾਣੀ ਕਿ ਪੂਰਬ ਦੇ ਵਿੱਚ ਜਿਹੜਾ ਅਰੁਣਾਚਲ ਪ੍ਰਦੇਸ਼ ਸਥਿਤ ਹੋਣ ਕਰਕੇ ਇੱਥੇ ਦਾ ਸਥਾਨਕ ਟਾਈਮ ਜਿਹੜਾ ਪੱਛਮ ਦੇ ਵਿੱਚ ਗੁਜਰਾਤ ਪੈਂਦਾ ਉਹਦੇ ਸਥਾਨਕ ਟਾਈਮ ਦੇ ਨਾਲੋਂ ਅੱਗੇ ਰਹਿੰਦਾ ਵਾ। ਤਾਂ ਕਰਕੇ ਅਰੁਣਾਚਲ ਪ੍ਰਦੇਸ਼ ਵਿੱਚ ਹਾਲੇ ਸੂਰਜ ਨਿਕਲ ਰਿਹਾ ਹੁੰਦਾ ਅਤੇ ਗੁਜਰਾਤ ਦੇ ਵਿੱਚ ਹਾਲੇ ਰਾਤ ਦਾ ਲਾਸਟ ਪਹਿਰ ਚੱਲ ਰਿਹਾ ਹੁੰਦਾ ਵਾ। ਨੈਕਸਟ ਹੈਗਾ ਭਾਰਤ ਦੀ ਸਾਰਕ ਦੇਸ਼ਾਂ ਦੇ ਵਿੱਚ ਕੀ ਸਥਿਤੀ ਹੈ। ਲਾਸਟ ਕੁਐਸਚਨ ਹੈ ਸਾਰਕ ਜਿਹੜਾ ਸੰਮੇਲਨ ਬਣਿਆ ਸੀਗਾ ਇਹਦੇ ਵਿੱਚ ਜਿਹੜੇ 8 ਦੇਸ਼ ਨੇ ਉਹ ਪਾਏ ਜਾਂਦੇ ਨੇ, ਜਿਵੇਂ ਇੰਡੀਆ, ਨੇਪਾਲ, ਅਫਗਾਨਿਸਤਾਨ। ਇਹਨਾਂ ਦੇ ਨਾਲ ਇਹਨਾਂ ਨੇ ਇਕੱਠੇ ਮਿਲ ਕੇ ਕੀ ਕੰਮ ਕੀਤੇ ਉਹਦੇ ਬਾਰੇ ਦੱਸਿਆ ਗਿਆ। ਸਾਰਕ ਸੰਮੇਲਨ ਦੇ ਸਮੂਹ ਦੇ ਵਿੱਚ ਭਾਰਤ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਹਿੰਦ ਮਹਾਸਾਗਰ ਦੇ ਸਿਰ ਦੇ ਉੱਤੇ ਸਥਿਤ ਹੋਣ ਕਾਰਨ ਭਾਰਤ ਨੂੰ ਕੇਂਦਰੀ ਸਥਿਤੀ ਪ੍ਰਾਪਤ ਹੈ ਵੀ ਹਿੰਦ ਮਹਾਸਾਗਰ ਜਾਣੀ ਕਿ ਜਿਹੜਾ ਅਰਬ ਓਸ਼ੀਅਨ ਆ, ਅਰਬਿਕ ਸੀ ਆ, ਉਹਦੇ ਵੀ ਕੀ ਆ ਸੈਂਟਰ ਦੇ ਵਿੱਚ ਇਹ ਮਿਲ ਜਾਂਦਾ। ਤਾਂ ਕਰਕੇ ਇਹਨੂੰ ਇੱਕ ਵਧੀਆ ਸਥਿਤੀ ਮਿਲੀ ਗਈ ਆ। ਇਸ ਦੇ ਵਿੱਚ ਜਦੋਂ 20ਵੀਂ ਸਦੀ ਦੇ ਵਿੱਚ ਆਖਿਰ ਦਹਾਕੇ ਦੇ ਵਿੱਚ ਇੱਕ ਪਾਸੇ ਸ਼੍ਰੀਲੰਕਾ ਦੇ ਵਿੱਚ ਅੱਤਵਾਦ ਵਧਣ ਦਾ ਯਤਨ ਕਰ ਰਿਹਾ ਸੀ, ਦੂਜੇ ਪਾਸੇ ਮਾਲਦੀਵ ਨੂੰ ਸੁਰੱਖਿਆ ਕੀਤੀ ਜਿਹੜੀ ਸਾਡੀ ਨੇਵੀ ਸੀ ਉਹਨਾਂ ਨੇ ਹੈਲਪ ਕੀਤੀ। ਅਤੇ ਮਾਲਦੀਵ ਦੇ ਵਿੱਚ ਸਮੁੰਦਰੀ ਲਟੇਰਿਆਂ ਦੇ ਅੰਤ ਤੋਂ ਤੱਕ ਬਚਾਇਆ ਹੋਇਆ ਸੀ। ਉਹਨਾਂ ਨੂੰ ਆਪਣੀ ਤਾਕਤ ਵਾਲੀ ਜਲ ਸੈਨਾ ਉੱਥੇ ਦਾਖਲ ਹੋਈ ਅਤੇ ਉਹਨਾਂ ਨੇ ਸ਼ਾਂਤੀ ਕਾਇਮ ਕੀਤੀ। ਅਤੇ ਦੂਜੇ ਪਾਸੇ ਕੀ ਆ ਉਹਨਾਂ ਨੇ ਇਹ ਵੀ ਧਿਆਨ ਰੱਖਿਆ ਕਿ ਅਸੀਂ ਇਹ ਆਖ ਸਕਦੇ ਹਾਂ ਕਿ ਜਿਹੜੇ ਸਾਰਕ ਸੰਮੇਲਨ ਭਾਰਤ ਦੀ ਇੱਕ ਮਹੱਤਵਪੂਰਨ ਸਥਿਤੀ ਹੈ, ਕਿਉਂਕਿ ਉਹਨਾਂ ਨੇ ਬੜੇ ਕਾਮਯਾਬੀ ਨਾਲ ਇਹ 2 ਹੀ ਕੰਮ ਕੀਤੇ। ਆਈ ਹੋਪ ਤੁਹਾਨੂੰ ਇਹ ਪੂਰਾ ਜਿਹੜਾ ਚੈਪਟਰ ਆ ਅਤੇ ਕੋਈ ਚੈਪਟਰ ਦੇ ਕੁਐਸਚਨ ਆਨਸਰ ਨੇ ਉਹ ਤੁਹਾਨੂੰ ਸਮਝ ਆ ਗਏ। ਜੇਕਰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੇਰੇ ਜਿਹੜਾ ਚੈਨਲ ਦਾ ਡਿਸਕ੍ਰਿਪਸ਼ਨ ਬਾਕਸ ਅਤੇ ਕਮੈਂਟ ਬਾਕਸ ਆ, ਤੁਸੀਂ ਉੱਥੇ ਜਾ ਕੇ ਤੁਸੀਂ ਉਹਦੇ 'ਤੇ ਕਮੈਂਟ ਪਾ ਸਕਦੇ ਹੋ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਰਹੀ ਆ ਤਾਂ ਉਹਦੇ ਵਿੱਚ ਜ਼ਰੂਰ ਲਿਖੋ ਤਾਂ ਜੋ ਮੈਂ ਉਸ ਦੇ ਰਿਲੇਟਡ ਹੋਰ ਵੀ ਵੀਡੀਓ ਬਣਾ ਸਕਾਂ। ਥੈਂਕਸ ਅ ਲੋਟ। ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲੋ, ਇਹਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚੇ ਅਤੇ ਇਹ ਜਿਹੜੀ ਕਿ ਨੌਲੇਜ ਜਿਹੜੀ ਮੈਂ ਇੱਥੇ ਵੰਡ ਰਿਹਾ ਹਾਂ ਉਹ ਤੁਹਾਨੂੰ ਤੁਸੀਂ ਅੱਗੇ ਤੱਕ ਪਹੁੰਚਾ ਸਕੋ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਅਪਡੇਸ਼ਨ ਨਾਲ ਮਿਲਦੀ ਰਹੇ। ਥੈਂਕਸ ਅ ਲੋਟ ਵਾਚਿੰਗ ਫॉर ਵੀਡੀਓ।